ਹੈਡਲਾਈਨਸ ਆ ਵਾਲੀਆਂ ਨਹੀਂ ਹੈਗੀਆਂ। ਮੇਰਾ ਤਾਂ ਮੈਂ ਗਲਤੀ पंजाब अपडेट देखने वाले सारे दर्शकों का स्वागत। मैं राजदीप सुहान ते खबरां ਵੱਲ ਵਧਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। 6ਵੇਂ ਪੇ ਕਮਿਸ਼ਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਦਾ ਨਵਾਂ ਫਰਮਾਨ 4 ਨਵੰਬਰ 2021 ਤੱਕ ਵਧਾਇਆ ਪੇ ਕਮਿਸ਼ਨ ਤੇ ਆਪਸ਼ਨ ਦੇਣ ਦਾ ਸਮਾਂ, ਮੁਲਾਜ਼ਮਾਂ ਤੋਂ ਮੰਗੇ ਸੁਝਾਅ। ਸੁਖਬੀਰ ਬਾਦਲ ਨੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਜਤਾਇਆ ਖਦਸ਼ਾ, ਕਿਹਾ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਰਚੀ ਜਾ ਰਹੀ ਹੈ ਸਾਜ਼ਿਸ਼। ਕਾਂਗਰਸ ਤੇ ਆਪ ਤੇ ਲਗਾਏ ਇਲਜ਼ਾਮ, ਕੱਲ ਪੰਜਾਬ ਦੀ ਮੁਹਿੰਮ ਤਹਿਤ ਸੁਖਬੀਰ ਬਾਦਲ ਨੇ ਹਫ਼ਤੇ ਲਈ ਪ੍ਰੋਗਰਾਮ ਕੀਤੇ ਰੱਦ। ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਬਠਿੰਡਾ ਏਮਸ ਦੇ ਵਿੱਚ ਆਈਪੀਡੀ ਸੇਵਾਵਾਂ ਸਤੰਬਰ ਦੇ ਅੰਤ ਤੱਕ ਸ਼ੁਰੂ ਕਰਨ ਦੇ ਹੁਕਮ। ਸੰਗਰੂਰ ਵਿੱਚ ਪੀਜੀਆਈ ਦਾ ਸੈਟੇਲਾਈਟ ਕੇਂਦਰ ਅਕਤੂਬਰ ਮਹੀਨੇ ਅਤੇ ਫਿਰੋਜ਼ਪੁਰ ਦੇ ਵਿੱਚ ਪੀਜੀਆਈ ਦਾ ਨਿਰਮਾਣ ਅਧੀਨ ਕੇਂਦਰ ਇਸ ਸਾਲ ਦੇ ਅੰਤ ਤੱਕ ਸ਼ੁਰੂ। ਪੰਜ ਪਿਆਰਿਆਂ ਤੇ ਦਿੱਤੇ ਬਿਆਨ ਤੇ ਹਰੀਸ਼ ਰਾਵਤ ਨੇ ਬਖਸ਼ਾਈ ਪੁੱਲ ਗੁਰਦੁਆਰਾ ਸ਼੍ਰੀ ਨਾਨਕ ਮਤਾ ਸਾਹਿਬ ਚ ਨਿਭਾਈ ਸੇਵਾ। ਹਰੀਸ਼ ਰਾਵਤ ਦੇ ਦਿੱਤੇ ਬਿਆਨ ਤੇ ਸੂਬੇ ਭਰ ਵਿੱਚ ਕੀਤੇ ਜਾ ਰਹੇ ਸਨ ਵਿਰੋਧ ਪ੍ਰਦਰਸ਼ਨ। ਵਿਦੇਸ਼ ਵਿੱਚ 3 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ। ਕੈਨੇਡਾ ਦੇ ਸਰੀ 'ਚ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ, 3 ਜ਼ਖਮੀ। ਬੈਲਜੀਅਮ ਦੇ ਵਿੱਚ ਵੀ 30 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਹੋਈ ਮੌਤ। ਅਤੇ ਫਗਵਾੜਾ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ। ਲੁਟੇਰਿਆਂ ਨੇ ਇੱਕ ਜਨਰਲ ਸਟੋਰ ਨੂੰ ਬਣਾਇਆ ਨਿਸ਼ਾਨਾ। ਹਜ਼ਾਰਾਂ ਦੀ ਨਕਦੀ ਤੇ ਕੀਮਤੀ ਸਮਾਨ ਲੈ ਕੇ ਹੋਏ ਫਰਾਰ। ਲੁੱਟ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ। ਖਬਰਾਂ ਦੀ ਕਰਦੇ ਹਾਂ ਸ਼ੁਰੂਆਤ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੋਰ ਕਮੇਟੀ ਦੀ ਅਹਿਮ ਬੈਠਕ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀ ਲਿਆ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਦੇ ਵਿੱਚ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਪਣੇ ਮੈਨੀਫੈਸਟੋ ਦੇ ਵਿੱਚ ਇਹਨਾਂ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਦੀ ਗੱਲ ਆਖੀ ਸੀ। ਉਹਨਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਵਿਕਾਸ ਕਾਰਜਾਂ ਤੇ ਕਿਸਾਨੀ ਦੀ ਖੁਸ਼ਹਾਲੀ ਨੂੰ ਹਮੇਸ਼ਾ ਤਰਜੀਹ ਦੇਣ ਦੀ ਗੱਲ ਆਖੀ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਦੇ ਵਿੱਚ ਟਰੈਕਟਰ ਅਤੇ ਸਾਈਕਲ ਟੈਕਸ ਨੂੰ ਵੀ ਅਕਾਲੀ ਦਲ ਨੇ ਹੀ ਹਟਾਇਆ ਸੀ। ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਕੇਂਦਰ ਦੇ ਨਾਲ ਮਿਲ ਕੇ ਸੂਬੇ ਦੀ ਅਮਨ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੀ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਗੱਲ ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਕਿ ਮੋਗਾ ਵਰਗੀਆਂ ਘਟਨਾਵਾਂ ਕਰਵਾ ਕੇ ਕੇਂਦਰ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨਾ ਚਾਹੁੰਦਾ ਹੈ ਤਾਂ ਕਿ ਉਹ ਕਿਸਾਨੀ ਅੰਦੋਲਨ ਨੂੰ ਦਬਾ ਸਕੇ ਅਤੇ ਪੰਜਾਬ ਦੇ ਵਿੱਚ ਮਨਮਾਨੀਆਂ ਉਹ ਕਰ ਸਕੇ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀਆਂ ਕੋਝੀਆਂ ਚਾਲਾਂ ਦੇ ਵਿੱਚ ਨਾ ਆਉਣ। ਇਸ ਪ੍ਰੈਸ ਕਾਨਫਰੰਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਘਨੌਰ ਤੋਂ 250 ਤੋਂ ਵੱਧ ਆਪ ਅਤੇ ਕਾਂਗਰਸੀ ਵਰਕਰਾਂ ਨੂੰ ਅਨੂ ਰੰਧਾਵਾ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤਾ ਗਿਆ। ਸੁਖਬੀਰ ਸਿੰਘ ਬਾਦਲ ਨੇ ਇਸ ਮੌਕੇ ਤੇ ਅਨੂ ਰੰਧਾਵਾ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਦੇ ਹੋਏ ਉਹਨਾਂ ਨੂੰ ਪਾਰਟੀ ਦਾ ਉਪ ਪ੍ਰਧਾਨ ਐਲਾਨਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਅਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਅਤੇ ਹੋਰ ਲੀਡਰਸ਼ਿਪ ਮੌਜੂਦ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਵਾਸਤੇ
ਜਦੋਂ ਵੀ ਮੌਕਾ ਮਿਲਿਆ, ਜਦੋਂ ਵੀ ਕਿਸਾਨੀ ਲੋੜ ਹੋਈ, ਸਭ ਤੋਂ ਵੱਧ ਸੰਘਰਸ਼ ਕੀਤਾ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ, ਕਿਸਾਨਾਂ ਦੀਆਂ ਭਾਵਨਾ ਸਮਝ ਕੇ ਤੇ ਕਿਸਾਨੀ ਨੂੰ ਸਪੋਰਟ ਕਰਨ ਵਾਸਤੇ ਸਭ ਤੋਂ ਜ਼ਿਆਦਾ ਯਤਨ ਕੀਤੇ। ਜੇ ਤੁਸੀਂ ਹਿੰਦੁਸਤਾਨ ਦੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਦੀ ਗੱਲ ਕਰ ਲਓ ਤੇ ਉਹਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਦਾ ਕਰੋ। ਜਿੰਨੇ ਫੈਸਲੇ ਕਿਸਾਨੀ ਵਾਸਤੇ ਕੀਤੇ ਗਏ ਹੈ, ਕਿਸੇ ਵੀ ਹਿੰਦੁਸਤਾਨ ਦੀ ਕਿਸੇ ਵੀ ਸਰਕਾਰ ਨੇ ਨਹੀਂ ਕੀਤੇ। MSP ਜੇ ਦੇਸ਼ ਵਿੱਚ ਲਾਗੂ ਕਰਾਈ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਯੋਗਦਾਨ ਹੈ। 1968 ਵਿੱਚ ਲਾਗੂ ਕਰਾਈ। ਉਹਦੇ ਬਾਅਦ ਕਿਸਾਨ ਨੂੰ ਜਿਸ ਚੀਜ਼ ਦੀ ਵੀ ਲੋੜ ਹੈ, ਉਹ ਲੋੜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰਾਂ ਨੇ ਪੂਰੀ ਕੀਤੀ। ਸਭ ਤੋਂ ਵੱਡੀ ਲੋੜ ਕਿਸਾਨੀ ਵਾਸਤੇ ਪਾਣੀ ਹੈ। ਨਹਿਰੀ ਪਾਣੀ ਵੀ ਮੁਫਤ ਕੀਤਾ ਤੇ ਟਿਊਬਵੈੱਲ ਤੋਂ ਵੀ ਪਾਣੀ ਮੁਫਤ ਕੀਤਾ। ਜਿੰਨੇ ਟਿਊਬਵੈੱਲ ਕਨੈਕਸ਼ਨ ਹੈ 90%, 80% ਤੋਂ ਵੱਧ 85% ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸਰਕਾਰਾਂ ਨੇ ਬਣਾਇਆ। ਆ ਜਿੰਨਾ ਵੀ ਨਹਿਰੀ ਪਾਣੀ ਹੈ, ਜਿੰਨੀਆਂ ਵੀ ਕੱਸੀਆਂ ਕੱਢੀਆਂ ਗਈਆਂ, ਉਦੋਂ ਹੀ ਕੱਢੀਆਂ ਗਈਆਂ ਪੰਜਾਬ ਜਦੋਂ ਅਕਾਲੀ ਦਲ ਦੀ ਰਾਜ। ਜਿੰਨੇ ਵੀ ਪੱਕੇ ਖਾਲੇ ਕੀਤੇ ਗਏ, ਅੰਡਰਗਰਾਉਂਡ ਪਾਈਪ ਸਿਸਟਮ ਬਣਾਇਆ ਗਿਆ, ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿੱਚ। ਆ ਜਿਹੜੇ ਮੰਡੀਆਂ ਦਾ ਜ਼ਿਕਰ ਹੋ ਰਿਹਾ, ਜਿਹਦੀ ਡਰ ਲੱਗ ਰਿਹਾ ਪੰਜਾਬ ਦੇ ਕਿਸਾਨ ਨੂੰ ਕਿ ਮੰਡੀਆਂ ਸਿਸਟਮ ਖਰਾਬ ਹੋ ਜਾਏ, ਸਾਰਾ ਮੰਡੀ ਸਿਸਟਮ ਬਣਾਉਣਾ ਸ਼ੁਰੂ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਤੇ ਜਿੰਨੀਆਂ ਵੀ ਮੰਡੀਆਂ ਹੈਗੀਆਂ ਪੰਜਾਬ 'ਚ 90% ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਨੇ ਬਣਾਈਆਂ। ਟਰੈਕਟਰ ਤੇ ਵੀ ਟੈਕਸ ਲੱਗਦਾ ਹੁੰਦਾ ਸੀ, ਸਾਈਕਲ ਤੇ ਵੀ ਟੈਕਸ ਲੱਗਦਾ ਹੁੰਦਾ ਸੀ, ਸਾਰਾ ਸ਼੍ਰੋਮਣੀ ਅਕਾਲੀ ਦਲ ਨੇ ਮਾਫ ਕੀਤਾ। ਪਾਰਲੀਮੈਂਟ ਦੇ ਅੰਦਰ ਤੇ ਪਾਰਲੀਮੈਂਟ ਦੇ ਬਾਹਰ ਜੇ ਆਵਾਜ਼ ਉਠਾਉਂਦੀ ਹੈ ਤੇ ਉਹ ਸ਼੍ਰੋਮਣੀ ਅਕਾਲੀ ਦਲ ਹੈ। ਦੂਜੀਆਂ ਪਾਰਟੀਆਂ ਦੇ ਕਈ ਏਜੰਡੇ ਹੁੰਦੇ ਆ ਪਾਰਲੀਮੈਂਟ ਵਿੱਚ, ਸਾਡਾ ਏਜੰਡਾ ਇੱਕੋ ਇੱਕ ਹੁੰਦਾ, ਕਿਸਾਨੀ ਦਾ ਹੁੰਦਾ, ਕਿਉਂਕਿ ਪੰਜਾਬ ਕਿਸਾਨੀ ਤੇ ਨਿਰਭਰ ਹੈ। ਜੇ ਐਕਟ ਬਣਦੇ ਟਾਈਮ ਪਾਰਲੀਮੈਂਟ ਵਿੱਚ ਜੇ ਵਿਰੋਧ ਵੋਟ ਉਲਟ ਪਾਈ ਤੇ ਕੱਲੀ ਅਕਾਲੀ ਦਲ ਨੇ ਪਾਈ, ਸ਼੍ਰੋਮਣੀ ਅਕਾਲੀ ਦਲ ਨੇ। ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਉਦੋਂ ਬਾਈਕਾਟ ਕੀਤਾ। ਕਾਂਗਰਸ ਦਾ ਚੋਣ ਪੱਤਰ ਦੇਖੋ, ਕਾਂਗਰਸ ਦੇ ਅਮਰਿੰਦਰ ਸਿੰਘ ਦਾ ਚੋਣ ਪੱਤਰ ਦੇਖੋ। ਆ ਪਿਛਲੀ ਵਾਰ 2017 ਚ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਿਆ, ਉਹਦੇ ਚੋਣ ਪੱਤਰ ਚ ਹੈ ਕਿ ਮੈਂ ਤਿੰਨੇ ਕਾਲੇ ਕਾਨੂੰਨ ਲਾਗੂ ਕਰੂੰਗਾ ਪੰਜਾਬ 'ਚ। ਜਿਹੜੀ ਗੁਟਕਾ ਸਾਹਿਬ ਦੀ ਸਹੁੰ ਖਾਦੀ, ਇੱਕੋ ਇੱਕ ਚੀਜ਼ ਪੂਰੀ ਕੀਤੀ ਉਹਨੇ, ਆ ਕਾਲੇ ਕਾਨੂੰਨ ਲਾਗੂ ਕੀਤੇ ਹੈ। ਅੱਜ ਤੱਕ ਵੀ ਲਾਗੂ ਹੈ। ਤਾਂ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਦੱਸਣਾ ਚਾਹੁੰਦਾ, ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕਾਲੇ ਕਾਨੂੰਨ ਲਾਗੂ ਕੀਤੇ ਹੈ। ਇਹਨਾਂ ਦੇ ਪ੍ਰਧਾਨ ਰਾਹੁਲ ਗਾਂਧੀ ਦੇ 2019 ਦੇ ਪਾਰਲੀਮੈਂਟ ਦਾ ਜਿਹੜਾ ਮੈਨੀਫੈਸਟੋ ਚੋਣ ਪੱਤਰ ਹੈ 11ਵੇਂ ਪੇਜ, ਉਹਨਾਂ ਨੇ ਕਿਹਾ ਕਿ ਮੈਂ ਪੂਰੇ ਹਿੰਦੁਸਤਾਨ ਵਿੱਚ ਆ ਜਿਹੜੀਆਂ ਪ੍ਰਾਈਵੇਟ ਆਪਣੀਆਂ ਸਰਕਾਰੀ ਮੰਡੀਆਂ ਬੰਦ ਕਰਕੇ ਸਾਰਾ ਪ੍ਰਾਈਵੇਟ ਕਰੂੰਗਾ। ਸਾਬਕਾ ਕਾਂਗਰਸ ਦੇ ਵਜ਼ੀਰ ਸਾਹਿਬ ਜਸਜੀਤ ਸਿੰਘ ਰੰਧਾਵਾ, ਜੋ ਘਨੌਰ ਹਲਕੇ ਤੋਂ ਲਗਾਤਾਰ ਇਲੈਕਸ਼ਨ ਲੜਦੇ ਜਿੱਤਦੇ ਰਹੇ ਮੰਤਰੀ ਨੇ, ਪਿਛਲੀ ਵਾਰ ਉਹਨਾਂ ਦੀ ਬੇਟੀ ਆਮ ਆਦਮੀ ਪਾਰਟੀ ਦੀ ਹਲਕਾ ਘਨੌਰ ਤੋਂ ਅਨੂ ਰੰਧਾਵਾ ਜੀ, ਹਲਕਾ ਘਨੌਰ ਤੋਂ ਉਮੀਦਵਾਰ ਵੀ ਸੀ ਤੇ ਅੱਜ ਤੱਕ ਹਲਕਾ ਇੰਚਾਰਜ ਹੈ। ਅਨੂ ਰੰਧਾਵਾ ਆਪਣੀ ਸਮੁੱਚੀ ਟੀਮ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਰਹੇ ਹਨ। ਆਮ ਆਦਮੀ ਪਾਰਟੀ ਤੇ ਕਾਂਗਰਸ ਛੱਡ ਕੇ, ਤੇ ਬਹੁਤ ਵੱਡਾ ਬਲ ਘਨੌਰ ਹਲਕੇ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ। ਮੈਂ ਅਨੂ ਰੰਧਾਵਾ ਜੀ ਨੂੰ ਜੀ ਆਇਆਂ ਕਹਿੰਦਾ, ਉਹਨਾਂ ਦੀ ਟੀਮ ਨੂੰ ਜੀ ਆਇਆਂ ਕਹਿੰਦਾ, ਤੇ ਮੈਂ ਪਾਰਟੀ ਦਾ ਉਹਨਾਂ ਨੂੰ ਵਾਈਸ ਪ੍ਰੈਜ਼ੀਡੈਂਟ ਵੀ ਡਿਕਲੇਅਰ ਕਰਦਾ। ਤੇ ਕੁਲਦੀਪ ਸਿੰਘ ਔਲਖ, ਕੁਲਦੀਪ ਸਿੰਘ ਸਾਡੇ ਜਥੇਬੰਦਕ ਸਕੱਤਰ ਵੀ ਬਣਾ ਰਹੇ ਹਨ। ਤੇ ਮੈਂ ਇੰਨਾ ਹੀ ਕਹਿਣਾ ਚਾਹਣਾ, ਗੱਲ ਪੰਜਾਬ ਦੀ ਸ਼ੁਰੂ ਹੋਈ ਹੈ ਤੇ ਪੰਜਾਬੀ ਇੱਕ ਝੰਡੇ ਅਕਾਲੀ ਦਲ ਤੇ BSP ਥੱਲੇ ਇਕੱਠੇ ਹੋ ਰਹੇ ਆ। ਪੰਜਾਬ ਦੇ ਵਿੱਚ ਬਿਹਤਰ ਸੇਵਾਵਾਂ ਦੇਣ ਦੇ ਮਕਸਦ ਨਾਲ ਚੀਫ ਸਕੱਤਰ ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਕੀਤੀ, ਜਿਸ ਦੇ ਵਿੱਚ ਉਹਨਾਂ ਅਧਿਕਾਰੀਆਂ ਨੂੰ ਕੋਵਿਡ ਦੇ ਵਧਦੇ ਨਿਰਦੇਸ਼ ਜਾਰੀ ਕੀਤੇ ਨੇ ਅਤੇ ਬਠਿੰਡਾ ਦੇ ਏਮਸ ਦੀ IPD ਸਤੰਬਰ ਦੇ ਆਖਿਰ ਦੇ ਵਿੱਚ ਸ਼ੁਰੂ ਕਰਨ ਦੇ ਹੁਕਮ ਵੀ ਜਾਰੀ ਕੀਤੇ ਨੇ, ਜਦਕਿ ਸੰਗਰੂਰ ਦੇ ਵਿੱਚ PGI ਦਾ ਸੈਟੇਲਾਈਟ ਕੇਂਦਰ ਅਕਤੂਬਰ ਮਹੀਨੇ ਵਿੱਚ ਅਤੇ
ਤੁਹਾਨੂੰ ਦੱਸੀਏ ਕਿ ਅਕਤੂਬਰ ਮਹੀਨੇ ਦੇ ਵਿੱਚ ਸੈਟਲਾਈਟ ਕੇਂਦਰ ਸ਼ੁਰੂ ਕਰਨ ਅਤੇ ਫਿਰੋਜ਼ਪੁਰ ਦੇ ਵਿੱਚ ਪੀਜੀਆਈ ਦਾ ਨਿਰਮਾਣ ਅਧੀਨ ਕੇਂਦਰ ਇਸ ਸਾਲ ਦੇ ਅੰਤ ਵਿੱਚ ਸ਼ੁਰੂ ਹੋ ਜਾਵੇਗਾ। ਉਹਨਾਂ ਅਧਿਕਾਰੀਆਂ ਨੂੰ ਸਿਹਤ ਸੇਵਾਵਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਵੀ ਦਿਸ਼ਾ ਨਿਰਦੇਸ਼ ਜਿਹੜੇ ਨੇ ਜਾਰੀ ਕੀਤੇ ਨੇ। ਗੱਲ ਕਰਦੇ ਹਾਂ 6ਵੇਂ ਪੇ ਕਮਿਸ਼ਨ ਦੀ। 6ਵੇਂ ਪੇ ਕਮਿਸ਼ਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਹੁਣ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ। 4 ਨਵੰਬਰ 2021 ਤੱਕ ਪੇ ਕਮਿਸ਼ਨ ਤੇ ਆਪਸ਼ਨ ਦੇਣ ਦਾ ਸਮਾਂ ਵਧਾਇਆ ਗਿਆ ਹੈ, ਯਾਨੀ ਕਿ 4 ਨਵੰਬਰ 2021 ਤੱਕ ਪੇ ਕਮਿਸ਼ਨ ਤੇ ਮੁਲਾਜ਼ਮ ਆਪਣੀ ਜੋ ਸੁਝਾਅ ਨੇ ਉਹ ਸਰਕਾਰ ਨੂੰ ਦੇ ਸਕਦੇ ਨੇ। ਇਸ ਦਾ ਸਮਾਂ ਜਿਹੜਾ 2 ਮਹੀਨੇ ਉਹਨਾਂ ਨੇ ਵਧਾਇਆ ਹੈ। 4 ਨਵੰਬਰ ਤੋਂ ਲੈ ਕੇ 4 ਨਵੰਬਰ 2021 ਤੱਕ ਆਪਸ਼ਨ ਦੇਣ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ 6ਵੇਂ ਪੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲੈ ਕੇ ਮੁਲਾਜ਼ਮ ਵਰਗ ਲਗਾਤਾਰ ਸਰਕਾਰ ਤੇ ਹਮਲੇ ਕਰ ਰਿਹਾ ਹੈ ਅਤੇ ਸੜਕਾਂ ਤੇ ਉਤਰ ਕੇ ਇਹਨਾਂ ਸਿਫਾਰਿਸ਼ਾਂ ਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ। ਤੇ ਗੱਲ ਕਰਦੇ ਹਾਂ ਕਰੋਨਾ ਦੀ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਕਰੋਨਾ ਨੇ ਮੁੜ ਦਸਤਕ ਦੇ ਦਿੱਤੀ ਹੈ। ਇੱਥੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਸ਼ਹਾਬਪੁਰ ਦੀ ਦੂਸਰੀ ਜਮਾਤ ਦੇ 2 ਵਿਦਿਆਰਥੀ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਉੱਧਰ ਹੀ ਸਕੂਲ ਪ੍ਰਬੰਧਕਾਂ ਵੱਲੋਂ ਇਹਤਿਆਤ ਦੇ ਤੌਰ ਤੇ ਬਾਕੀ ਕਲਾਸਾਂ ਦੇ ਜੋ ਵਿਦਿਆਰਥੀ ਨੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ। ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਦੇ ਪਿੰਡ ਪਟਵਾ ਦੇ ਸਰਕਾਰੀ ਸਕੂਲ ਵਿਖੇ ਵੀ 3 ਬੱਚੇ ਕਰੋਨਾ ਪੋਜ਼ਿਟਿਵ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਸਕੂਲ ਬੰਦ ਕਰਵਾ ਦਿੱਤਾ ਹੈ। ਸਰ ਉਹ ਨਾਲ ਦੀ ਆਪਾਂ ਹੈਲਥ ਕਲੀਨਿਕ ਤੇ ਉਸੇ ਵੇਲੇ ਬੱਚਿਆਂ ਨੂੰ ਜਾ ਕੇ ਉਹਨਾਂ ਨੂੰ ਚੈੱਕ ਕਰਾ ਗਿਆ ਤੇ ਉਹਨਾਂ ਨੂੰ 3 ਬੱਚੇ ਖੜੇ ਤੇ ਤਿੰਨਾਂ ਦੇ ਵਿੱਚੋਂ 2 ਬੱਚੇ ਕਰੋਨਾ ਪੋਜ਼ਿਟਿਵ ਨਿਕਲ ਆਏ ਜੀ। ਤੇ ਉਸੇ ਵੇਲੇ ਮੈਂ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਤੇ ਉਸ ਕਲਾਸ ਨੂੰ ਅਸੀਂ ਛੁੱਟੀ ਕਰਤੀ ਜਿੱਥੇ ਜਿੱਥੇ ਨੇੜੇ। ਤੇ ਅੱਜ ਸਾਰਾ ਸਕੂਲ ਅਸੀਂ ਹੈਲਥ ਡਿਪਾਰਟਮੈਂਟ ਸਾਡਾ ਉਹ ਬੱਚਿਆਂ ਦਾ ਕਰੋਨਾ ਟੈਸਟ ਅਸੀਂ ਕਰਾ ਦਿੱਤਾ ਗਿਆ। ਕਿੰਨੀ ਕਲਾਸ ਦੇ ਬੱਚੇ ਤੋਂ? ਸਰ ਦੂਸਰੀ ਕਲਾਸ ਤੇ 2 ਬੱਚੇ ਸੀ। ਔਰ ਕੀ ਪ੍ਰੀਕਾਸ਼ਨ ਕੀਤੀ ਜਾਂਦੀ ਸਕੂਲ? ਸਰ ਸਾਰਾ ਸਕੂਲ ਸੈਨੀਟਾਈਜ਼ ਕਰ ਦਿੱਤਾ ਗਿਆ ਵਾ। ਸਾਡੇ ਹਰੇਕ ਬੱਚਾ ਮਾਸਕ ਲਾ ਕੇ ਆਉਂਦਾ ਵਾ। ਕੱਲੇ ਬੈਂਚ ਦੇ ਉੱਤੇ ਇੱਕ ਅਸੀਂ ਬੱਚਾ ਬੈਠਦਾ ਵਾ ਤੇ ਜੇ ਬੱਚੇ ਨਹੀਂ ਤਾਂ ਉਸ ਨੂੰ ਅਸੀਂ ਟਰਮ ਵਾਈਜ਼ ਬੱਚੇ ਸੱਦਦੇ ਹਾਂ ਈਵਨ ਆਊਟ ਕਰਕੇ। ਉਹਨਾਂ ਨੇ ਦੇਖਿਆ ਕਿਸੇ ਬੱਚੇ ਵਿੱਚ ਕੋਈ ਸਿੰਪਟਮਸ ਹਨ ਤੇ ਉਹਨਾਂ ਨੇ ਨਾਲ ਦੇ ਸੈਂਟਰ ਤੇ ਜਾ ਕੇ ਬੱਚੇ ਦੇ ਜਾ ਕੇ ਟੈਸਟ ਕਰਵਾਏ ਤੇ ਦੋਨੇ ਬੱਚੇ ਪੋਜ਼ਿਟਿਵ ਆਏ ਨੇ। ਮੈਂ ਬੜੀ ਸ਼ਲਾਘਾ ਕਰਦਾ ਉਸ ਟੀਚਰ ਸਾਹਿਬਾਨ ਦੀ, ਅਧਿਆਪਕ ਸਾਹਿਬ ਦੀ, ਜਿਨ੍ਹਾਂ ਨੇ ਇੰਨੀ ਮੁਸਤੈਦੀ ਦਿਖਾਈ ਹੈ ਕਿ ਅਗਰ ਬੱਚੇ 'ਚ ਉਹਨਾਂ ਨੂੰ ਲੱਗਿਆ ਕਿ ਫੀਵਰ ਜਾਂ ਕੋਈ ਸਿੰਪਟਮ ਹੈ ਤੇ ਜਾ ਕੇ ਉਹਨੇ ਸਭ ਤੋਂ ਪਹਿਲਾਂ ਟੈਸਟ ਕਰਾਇਆ। ਅਸੀਂ ਹੁਣ ਉਹਨਾਂ 2 ਬੱਚਿਆਂ ਦੇ ਜੋ ਅੱਜ ਤੱਕ ਸਿਰਫ ਸਾਰੇ ਟੋਟਲ ਸੈਂਪਲਸ 'ਚ 2 ਬੱਚੇ ਪੋਜ਼ਿਟਿਵ ਆਏ ਨੇ, ਉਹਨਾਂ ਦੇ ਜਿੰਨੇ ਵੀ ਕੰਟੈਕਟਸ ਨੇ ਨੰਬਰ 1 ਉਹਨਾਂ ਦੇ ਪਰਿਵਾਰ ਵਾਲੇ, ਉਹਨਾਂ ਦੇ ਮੁਹੱਲੇ ਵਾਲੇ, ਉਹ ਜਿਹੜੇ ਬੱਚਿਆਂ 'ਚ ਖੇਡਦੇ ਨੇ ਤੇ ਉਹਨਾਂ ਦੇ ਕਲਾਸ ਦੇ ਬੱਚੇ ਜਿਹੜੀ ਕਲਾਸ 'ਚ ਜਾ ਕੇ ਉਹਨਾਂ ਨੇ ਅਟੈਂਡ ਕਰਨਾ ਸੀ, ਇਹਨਾਂ ਹੁਣ ਸਾਰਿਆਂ ਦੇ ਅਸੀਂ ਡਿਟੇਲ ਜਿਹੜੀ ਹੈ ਸੈਂਪਲਿੰਗ ਕਰਵਾ ਰਹੇ ਹਾਂ ਤਾਂ ਜੋ ਇਹ ਅਗਰ ਇਨਫੈਕਸ਼ਨ ਕਿਸੇ ਹੋਰ ਜਗ੍ਹਾ ਅੱਗੇ ਫੈਲੀ ਵੀ ਹੈ ਤੇ ਇਹਨੂੰ ਟਾਈਮ ਰਹਿੰਦਿਆਂ ਕੰਟਰੋਲ ਕੀਤਾ ਜਾ ਸਕੇ। 2 ਬੱਚੇ ਪੋਜ਼ਿਟਿਵ ਆਏ ਨੇ ਭਾਟਵਾ ਸਕੂਲ ਦੇ ਆਏ ਨੇ ਸੀਨੀਅਰ ਸੈਕੰਡਰੀ ਸਕੂਲ ਗਵਰਨਮੈਂਟ। ਉਹ 3 ਬੱਚੇ ਪੋਜ਼ਿਟਿਵ ਆਏ ਨੇ ਜੋ ਪਹਿਲੇ ਦਿਨ ਸੈਂਪਲ ਹੈ। ਉਸ ਤੋਂ ਬਾਅਦ ਦੂਸਰੇ ਦਿਨ 140 ਦੇ ਸੈਂਪਲ ਹੋਰ ਲਏ ਜਾ ਚੁੱਕੇ ਹਨ ਜਿਨ੍ਹਾਂ ਦੇ ਰਿਜ਼ਲਟ ਜਾਣੇ ਬਾਕੀ ਹੈ। ਤੇ ਸਕੂਲ ਨੂੰ ਗਵਰਨਮੈਂਟ ਦੀਆਂ ਹਦਾਇਤਾਂ ਅਨੁਸਾਰ 14 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਹੋਰ ਵੀ ਜੋ ਕੰਟੈਕਟ ਕੇਸ ਬੱਚਿਆਂ ਦੇ ਉਹਨਾਂ ਦੀ ਸੈਂਪਲਿੰਗ ਕੀਤੀ ਜਾ ਰਹੀ ਹੈ ਤਾਂ ਜੋ ਉਹਨਾਂ ਨੂੰ ਪਹਿਲਾਂ ਹੀ। ਤੇ ਗੱਲ ਕਰਦੇ ਹਾਂ ਫਿਰੋਜ਼ਪੁਰ ਦੀ। ਫਿਰੋਜ਼ਪੁਰ ਦੇ ਜ਼ੀਰਾ ਗੇਟ ਦੇ ਕੋਲ ਗੋਲੀਬਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਦੇ ਵਿੱਚ ਇੱਕ ਨੌਜਵਾਨ ਜ਼ਖਮੀ ਹੋਇਆ ਅਤੇ ਉਸ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ ਗੋਲੀ ਚੱਲਣ ਦੇ ਪਿੱਛੇ ਕੀ ਕਾਰਨ ਹੈ, ਕਿਸ ਵਜ੍ਹਾ ਕਰਕੇ ਗੋਲੀ ਚਲਾਈ ਗਈ ਹੈ ਤੇ ਕਿਹਨਾਂ ਨੇ ਗੋਲੀ ਚਲਾਈ ਹੈ, ਇਸ ਦੇ ਬਾਰੇ ਪੁਲਿਸ ਜਾਂਚ ਦੇ ਵਿੱਚ ਜੁਟੀ ਹੋਈ ਹੈ। ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਸੂਬੇ ਦੇ ਵਿੱਚ ਫਾਇਰਿੰਗ ਦੀਆਂ ਖਬਰਾਂ ਜਿਹੜੀਆਂ ਨੇ ਉਹ ਨਿਤ ਦਿਨ ਸਾਹਮਣੇ ਆ ਰਹੀਆਂ ਨੇ। 2 ਧੜਿਆਂ ਦੇ ਵਿਚਕਾਰ ਲਗਾਤਾਰ ਅਜਿਹੀਆਂ ਖੂਨੀ ਝੜਪਾਂ, ਗੋਲੀ ਚਲਾਉਣ ਨੂੰ ਲੈ ਕੇ ਜਾਂ ਫਿਰ ਕੁੱਟਮਾਰ ਨੂੰ ਲੈ ਕੇ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਗੁੰਡਾਗਰਦੀ ਦਿਨ ਬ ਦਿਨ ਸੂਬੇ ਦੇ ਵਿੱਚ ਵਧਦੀ ਨਜ਼ਰ ਆ ਰਹੀ ਹੈ ਅਤੇ ਹੁਣ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਜ਼ੀਰਾ ਗੇਟ ਦੇ ਕੋਲ, ਜਿੱਥੇ ਕਿ ਗੋਲੀ ਚੱਲੀ ਹੈ ਤੇ ਇਸ ਦੇ ਵਿੱਚ ਇੱਕ ਨੌਜਵਾਨ ਪੂਰੀ ਤਰ੍ਹਾਂ ਜ਼ਖਮੀ ਹੋਇਆ। ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਹ ਜ਼ੇਰੇ ਇਲਾਜ ਹੈ। ਤੁਹਾਨੂੰ ਦੱਸ ਦਈਏ ਫਿਰੋਜ਼ਪੁਰ ਦੇ ਜ਼ੀਰਾ ਗੇਟ ਦੇ ਨਜ਼ਦੀਕ ਇਹ ਘਟਨਾ ਵਾਪਰੀ ਹੈ। ਹੋਰ ਜਾਣਕਾਰੀ ਲੈਣ ਲਈ ਜੁੜਦੇ ਹਾਂ ਫਿਰੋਜ਼ਪੁਰ ਤੋਂ ਸਾਡੇ ਸਹਿਯੋਗੀ ਪੱਤਰਕਾਰ ਬੌਬੀ ਖੁਰਾਨਾ ਦੇ ਨਾਲ। ਜੀ ਬੌਬੀ, ਪੂਰਾ ਮਾਮਲਾ ਜਾਣਨਾ ਚਾਹਾਂਗੇ। ਇਹ ਜੋ ਗੋਲੀ ਚੱਲੀ ਹੈ ਜਿਸ ਦੇ ਵਿੱਚ ਨੌਜਵਾਨ ਜ਼ਖਮੀ ਹੋਇਆ। ਬਿਲਕੁਲ ਜੀ, ਇਹ ਜ਼ੀਰਾ ਗੇਟ ਦੀ ਗੱਲ ਹੈ। ਆਪਸ ਦੇ ਦੋਵਾਂ ਦੀ ਰੰਜਿਸ਼ ਨੂੰ ਲੈ ਕੇ ਜਿਹੜੀ ਇਹ ਗੋਲੀ ਚੱਲੀ ਹੈ
ਜੀ ਇੱਕ ਜ਼ਖਮੀ ਹੋ ਗਿਆ ਜੀ ਤੇ ਉਹਨੂੰ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਜੀ। ਜੀ ਜੀ ਬੌਬੀ, ਜਾਣਨਾ ਚਾਹਾਂਗੇ ਕਿ ਕਿੰਨਾ ਲੋਕਾਂ ਦੇ ਵੱਲੋਂ ਗੋਲੀ ਚਲਾਈ ਗਈ ਹੈ, ਕੀ ਉਹਨਾਂ ਦੀ ਪਛਾਣ ਪੁਲਿਸ ਨੇ ਕਰ ਲਈ ਹੈ? ਬਿਲਕੁਲ ਜੀ, ਹਾਲੀ ਇਹ ਪੁਲਿਸ ਆਪਣੀ ਜਾਂਚ 'ਚ ਲੱਗੀ ਹੋਈ ਹੈ, ਅभी ਪਤਾ ਨਹੀਂ ਲੱਗ ਪਾ ਰਿਹਾ ਹਾਲੇ ਵੀ ਉਹ ਪੁਲਿਸ ਜਿਹੜੀ ਹੈ ਸਾਰੀ ਜਾਂਚ 'ਚ ਲੱਗੀ ਹੋਈ ਹੈ, ਜੀ ਲੇਕਿਨ ਇੱਥੇ ਜਿਹੜੀ ਗੋਲੀ ਹੈ ਆਏ ਦਿਨ ਚੱਲ ਰਹੀ ਹੈ ਜੀ। ਜੀ 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 ਬੌਬੀ, ਜਾਣਨਾ ਚਾਹਾਂਗੇ ਕਿ ਇਸ ਦੇ ਵਿੱਚ ਕਿੰਨੇ ਕੁ ਲੋਕ ਜ਼ਖਮੀ ਹੋਏ ਨੇ, ਕਿਉਂਕਿ ਇੱਕ ਨੌਜਵਾਨ ਦੇ ਜ਼ਖਮੀ ਹੋਣ ਦੀ ਖਬਰ ਤਾਂ ਸਾਹਮਣੇ ਆ ਰਹੀ ਹੈ ਕਿ ਹੋਰ ਕਿਸੇ ਦੇ ਵੀ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ? ਜੀ ਨਹੀਂ, ਇੱਕ ਜਣੇ ਦੀ ਜ਼ਖਮੀ ਹੈ ਜਿਹੜਾ ਵੀਰੇ ਰਾਜ ਹੈ, ਉਹਨੂੰ ਰੈਫਰ ਕਰ ਦਿੱਤਾ ਗਿਆ ਫਰੀਦਕੋਟ ਜੀ। ਜੀ 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 ਬੌਬੀ, ਜਾਣਨਾ ਚਾਹਾਂਗੇ ਕਿ ਪੁਲਿਸ ਦੇ ਵੱਲੋਂ ਕਿੰਨੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ? ਪੁਲਿਸ ਆਪਣੀ ਜਾਂਚ 'ਚ ਲੱਗੀ ਜੀ, ਹਾਲੀ ਪਤਾ ਨਹੀਂ ਲੱਗ ਪਾ ਰਿਹਾ ਵੀ ਗੋਲੀ ਚਲਾਈ ਕਿੰਨੇ ਹੈ, ਇਹਨਾਂ ਨੇ ਹਾਲੀ ਜਾਣਕਾਰੀ ਪੂਰੀ ਨਹੀਂ ਦਿੱਤੀ ਗਈ। ਪੁਲਿਸ ਕਹਿੰਦੀ ਜਦੋਂ ਸਾਨੂੰ ਜਾਂਚ 'ਚ ਲੱਗੇਗਾ ਅਸੀਂ ਸਾਰੀ ਕਾਰਵਾਈ ਫਿਰ ਕਰਾਂਗੇ, ਆਪਦੀ ਉਹ ਜਾਂਚ 'ਚ ਲੱਗੀ ਪੁਲਿਸ ਦੀ। ਜੀ ਬੌਬੀ, ਜੋ ਨੌਜਵਾਨ ਜ਼ਖਮੀ ਹੈ ਉਸ ਦੀ ਸਥਿਤੀ ਇਸ ਸਮੇਂ ਕਿਹੋ ਜੀ ਹੈ? ਜੀ ਠੀਕ ਹੈ ਜੀ, ਉਹਨਾਂ ਨੇ ਵੈਸੇ ਰੈਫਰ ਕਰਤਾ, ਕਹਿੰਦੇ ਉਹਨਾਂ ਨੇ ਮਤਲਬ ਕਿ ਰੈਫਰ ਕੀਤਾ ਉਹਨੂੰ ਜੀ, ਹਾਲੀ ਪੂਰੀ ਤਰ੍ਹਾਂ ਠੀਕ ਨਹੀਂ ਹੈਗਾ। ਜੀ ਸ਼ੁਕਰੀਆ ਬੌਬੀ ਪੂਰੀ ਜਾਣਕਾਰੀ ਦੇ ਲਈ। ਸੋ ਇਹ ਸਨ ਫਿਰੋਜ਼ਪੁਰ ਤੋਂ ਸਾਡੇ ਸਹਿਯੋਗੀ ਪੱਤਰਕਾਰ ਬੌਬੀ ਖੁਰਾਨਾ ਦੇ ਨਾਲ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਸਾਨੂੰ ਦੱਸਿਆ ਹੈ ਇਸ ਪੂਰੇ ਮਾਮਲੇ ਬਾਰੇ ਕਿ ਨਿੱਜੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲੀ ਗਈ ਹੈ, ਕਿੰਨਾ ਲੋਕਾਂ ਨੇ ਚਲਾਈ ਹੈ, ਕਿ ਪਿੱਛੇ ਮੇਨ ਮਕਸਦ ਕੀ ਸੀ ਗੋਲੀ ਚਲਾਉਣ ਦਾ। ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਜਿਹੜੀ ਹੈ ਉਹ ਜਾਰੀ ਹੈ ਤੇ ਜਲਦੀ ਪੁਲਿਸ ਜਿਹੜੀ ਹੈ ਜਾਂਚ ਕਰਕੇ ਮਾਮਲਾ ਦਰਜ ਕਰੇਗੀ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੇਗੀ। ਤੇ ਉਹਦੇ ਦੂਜੇ ਪਾਸੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਦੁਖਦਾਈ ਖਬਰ ਸਰੀ ਤੋਂ ਸਾਹਮਣੇ ਆਈ ਹੈ, ਜਿੱਥੇ ਭਿਆਨਕ ਸੜਕ ਹਾਦਸੇ ਦੇ ਵਿੱਚ 2 ਨੌਜਵਾਨਾਂ ਦੀ ਮੌਤ ਹੋਈ ਹੈ। 3 ਹੋਰ ਜਿਹੜੇ ਨੌਜਵਾਨ ਦੱਸੇ ਜਾ ਰਹੇ ਨੇ ਇਸ ਕਾਰ ਦੇ ਵਿੱਚ ਸਵਾਰ ਸਨ, ਉਹ ਗੰਭੀਰ ਰੂਪ ਨਾਲ ਜ਼ਖਮੀ ਨੇ। ਨਵਾਂ ਸ਼ਹਿਰ ਤੋਂ ਇੱਕ ਨੌਜਵਾਨ ਹੈ ਜਿਸ ਦੀ ਮੌਤ ਹੋਈ ਹੈ, ਦਿਲ ਦਾ ਦੌਰਾ ਪੈਣ ਦੇ ਨਾਲ ਇਸ ਨੌਜਵਾਨ ਦੀ ਮੌਤ ਹੋਈ ਹੈ, ਜੋ ਦੱਸਿਆ ਜਾਂਦਾ ਹੈ ਕਿ ਬੈਲਜੀਅਮ ਦੇ ਵਿੱਚ ਰਹਿੰਦਾ ਸੀ। ਸੋ 2 ਵੱਖ-ਵੱਖ ਥਾਵਾਂ ਤੋਂ ਖਬਰਾਂ ਸਾਹਮਣੇ ਆਈਆਂ ਨੇ। ਇੱਕ ਖਬਰ ਸਾਹਮਣੇ ਆਈ ਹੈ ਕੈਨੇਡਾ ਦੇ ਸਰੀ ਸ਼ਹਿਰ ਤੋਂ, ਜਿੱਥੇ ਕਿ ਸੜਕ ਹਾਦਸੇ ਦੇ ਵਿੱਚ 2 ਪੰਜਾਬੀ ਨੌਜਵਾਨਾਂ ਦੀ ਮੌਤ ਹੋਈ ਹੈ, 3 ਜ਼ਖਮੀ ਹੋਏ ਨੇ। ਦੂਜੀ ਖਬਰ ਸਾਹਮਣੇ ਆਈ ਹੈ ਨਵਾਂ ਸ਼ਹਿਰ ਤੋਂ, ਜਿੱਥੋਂ ਦੇ ਪਿੰਡ ਪਠਲਾਵਾਂ ਦਾ ਰਹਿਣ ਵਾਲਾ ਜਿਹੜਾ ਨੌਜਵਾਨ ਹੈ, ਜੋ ਕਿ ਬੈਲਜੀਅਮ ਦੇ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ, ਉੱਥੇ ਉਸ ਦੀ ਮੌਤ ਹੋ ਜਾਂਦੀ ਹੈ। 30 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੁੰਦੀ ਹੈ। ਸੋ 2 ਵੱਖ-ਵੱਖ ਥਾਵਾਂ ਤੋਂ ਖਬਰ ਸਾਹਮਣੇ ਆਈ ਹੈ, ਇੱਕ ਬੈਲਜੀਅਮ ਤੋਂ ਤੇ ਇੱਕ ਕੈਨੇਡਾ ਦੇ ਸਰੀ ਸ਼ਹਿਰ ਤੋਂ। ਜੋ ਜਤਿੰਦਰ ਸਿੰਘ ਲੜਕਾ ਬਹੁਤ ਹੀ ਚੰਗਾ ਤੇ ਵਧੀਆ ਸੀ, ਪਿੰਡ 'ਚ ਵੀ ਬਹੁਤ ਵਧੀਆ ਵਿਚਰਦਾ ਸੀ, ਸੁਭਾਅ ਪੱਖੋਂ ਵੀ ਬਹੁਤ ਠੀਕ ਸੀਗਾ। ਪਰ ਪਿਛਲੇ ਦਿਨੀ ਜੋ ਉਹਦੇ ਨਾਲ ਘਟਨਾ ਪਰਿਵਾਰ ਨਾਲ ਵਾਪਰੀ ਹੈ, ਬਹੁਤ ਮੰਦਭਾਗੀ ਘਟਨਾ ਵਾਪਰੀ ਆ। ਪਿੰਡ ਨੇ, ਪੂਰੇ ਪਿੰਡ ਨੇ ਇਹਦਾ ਬਹੁਤ ਸੋਗ ਮਨਾਇਆ ਵੀ ਇਹ ਨੌਜਵਾਨ ਇਕੱਲਾ ਸੀ, 2 ਭੈਣਾਂ ਦਾ ਇਕੱਲਾ ਹੀ ਭਰਾ ਸੀਗਾ ਜੀ। ਇਹ ਪਰਿਵਾਰ 'ਚ ਇੱਕੋ ਇਹੀ ਸੀ, ਕਮਾਣੇ ਵਾਲਾ ਸੀਗਾ। ਪਿੰਡ 'ਚ ਕਿਸੇ ਨਾਲ ਕੋਈ ਲਾਗ ਡਾਟ ਕੋਈ ਇੱਦਾਂ ਦਾ ਨਹੀਂ ਸੀ। ਪਰਿਵਾਰ ਦਾ ਵੀ ਪਿੰਡ 'ਚ ਬਹੁਤ ਵਧੀਆ ਰਸੂਖ ਆ, ਸੋਸ਼ਲ ਕੰਮ 'ਚ ਵੀ ਬਹੁਤ ਵਧੀਆ ਕੰਮ ਕਰਦਾ ਆ। ਬਸ ਅਸੀਂ ਸਰਕਾਰ ਕੋਲ ਇਹ ਮੰਗ ਕਰਦੇ ਹਾਂ ਵੀ ਜੋ ਉਹਦੇ ਨਾਲ ਵਾਪਰਿਆ, ਪਰ ਹਜੇ ਫਿਲਹਾਲ ਤਾਂ ਸਾਰੇ ਹਾਰਟ ਅਟੈਕ ਦੇ ਹੀ ਦੱਸ ਰਹੇ ਆ। ਬਾਕੀ ਹੁਣ ਪੋਸਟਮਾਰਟਮ ਦੀ ਰਿਪੋਰਟ 'ਚ ਪਤਾ ਲੱਗੂਗਾ ਵੀ ਕੀ ਗੱਲ ਹੋਈ। ਖਬਰ ਡੇਰਾ ਬਾਬਾ ਨਾਨਕ ਤੋਂ ਹੈ, ਜਿੱਥੇ ਕਿ ਸਰਹੱਦ ਨਜ਼ਦੀਕ ਕੁਝ ਨੌਜਵਾਨਾਂ ਦੇ ਵੱਲੋਂ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਗੱਡੀਆਂ ਦੇ ਵਿੱਚ ਆਏ 1.5 ਦਰਜਨ ਤੋਂ ਜ਼ਿਆਦਾ ਨੌਜਵਾਨਾਂ ਦੇ ਵੱਲੋਂ ਅਚਾਨਕ ਗੋਲੀਆਂ ਚਲਾ ਦਿੱਤੀਆਂ ਗਈਆਂ ਤੇ ਦੂਜੀ ਧਿਰ ਦੇ ਨੌਜਵਾਨਾਂ ਦੇ ਵੱਲੋਂ ਭੱਜ ਕੇ ਆਪਣੀਆਂ ਜਾਨਾਂ ਬਚਾਈਆਂ ਗਈਆਂ। ਪੀੜਿਤ ਨੌਜਵਾਨ ਮੁਤਾਬਿਕ ਪੁਰਾਣੀ ਰੰਜਿਸ਼ ਦੇ ਵਿੱਚ ਇਹ ਫਾਇਰਿੰਗ ਕੀਤੀ ਗਈ ਹੈ, ਜਿਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਬਹੁਤ ਮਾੜੀ ਘਟਨਾ ਵਾਪਰੀ ਹੈ। ਅਸੀਂ ਆਪਣੇ ਡੇਰਾ ਰੋਡ ਸੋ ਮਾਮਲਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ, ਜਿੱਥੇ ਕਿ ਨਿੱਜੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਦੇ ਵਿਚਕਾਰ ਤਾਬੜਤੋੜ ਫਾਇਰਿੰਗ ਕੀਤੀ ਗਈ ਹੈ ਅਤੇ ਇਸ ਫਾਇਰਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਾਹਨ ਤੱਕ ਨੁਕਸਾਨੇ ਗਏ ਨੇ। ਸੋ ਇੱਥੇ ਵਾਹਨ ਵੀ ਨੁਕਸਾਨੇ ਗਏ ਨੇ ਅਤੇ 2 ਧਿਰਾਂ ਦੇ ਵਿਚਕਾਰ ਜੋ ਗੋਲੀਆਂ ਚਲੀਆਂ ਨੇ ਉਸ ਦੇ ਵਿੱਚ ਜ਼ਖਮੀ ਵੀ ਕੁਝ ਨੌਜਵਾਨ ਹੋਏ ਨੇ। ਸੋ 1.5 ਦਰਜਨ ਦੇ ਕਰੀਬ ਦੱਸਿਆ ਜਾ ਰਿਹਾ ਕਿ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। ਅਸੀਂ ਆਪਣੇ ਡੇਰਾ ਰੋਡ
ਸੋ ਹੋਰ ਜਾਣਕਾਰੀ ਲੈਣ ਦੇ ਲਈ ਜੁੜਦੇ ਹਾਂ ਡੇਰਾ ਬਾਬਾ ਨਾਨਕ ਤੋਂ ਸਾਡੇ ਸਹਿਯੋਗੀ ਪੱਤਰਕਾਰ ਜਤਿੰਦਰ ਕੌਂਡਲ ਦੇ ਨਾਲ। ਜੀ ਜਤਿੰਦਰ, ਜਾਣਨਾ ਚਾਹਾਂਗੇ ਆਖਿਰਕਾਰ ਇਹ ਪੂਰਾ ਮਾਮਲਾ ਕੀ ਹੈ? ਜੀ ਰਾਜਵੀਰ, ਬਿਲਕੁਲ ਇਸ ਤਰ੍ਹਾਂ ਹੀ ਕਿ ਇਹ ਮਾਮਲਾ ਇਹਨਾਂ ਦਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਕਿ ਪੁਰਾਣੀ ਰੰਜਿਸ਼ ਦੇ ਤਹਿਤ ਹੀ ਜਿਹੜਾ ਇਹਨਾਂ ਦਾ ਜਿਹੜੀ ਆਪਸੀ ਝਗੜਾ ਹੋਇਆ ਵਾ ਦੋਨਾਂ ਗੁੱਟਬਾਜ਼ਾਂ 'ਚ, ਕਿ ਪੁਰਾਣਾ ਇਹਨਾਂ ਦਾ ਕੋਈ ਤੇ ਰਾਜੀਨਾਮਾ ਸੀ, ਇਹਨਾਂ ਨੇ ਕਿਤੇ ਕਰਵਾਇਆ ਕਿਸੇ ਦਾ, ਤੇ ਉੱਥੇ ਇਹ ਵੀ ਪਾਰਟੀ ਗਈ ਸੀ ਜਿਨ੍ਹਾਂ ਦੇ ਉੱਤੇ ਹਮਲਾਵਰਾਂ ਨੇ ਗੋਲੀਆਂ ਨਾਲ ਫਾਇਰ ਕੀਤੇ ਆ, ਇਹ ਵੀ ਉੱਥੇ ਗਏ ਦੇ ਸੀ ਤੇ ਉੱਥੇ ਇਹਨਾਂ ਦੀ ਕੋਈ ਆਨਾਕਾਨੀ ਹੋਈ ਕੋਈ ਉਹਨਾਂ ਦੇ ਨਾਲ ਦੂਸਰੀ ਪਾਰਟੀ ਦੇ ਨਾਲ, ਤੇ ਉੱਥੋਂ ਲੈ ਕੇ ਉਹਨਾਂ ਨੇ ਉਹ ਗੱਲ ਆਪਣੇ ਦਿਮਾਗ 'ਚ ਜਾਂ ਦਿਲ 'ਚ ਰੱਖੀ ਹੈ। ਤੇ ਜਦੋਂ ਇਹ ਆਪਣੇ ਕੰਢੇ ਦੇ ਉੱਤੇ ਬੈਠੇ ਦੇ, ਇਹਨਾਂ ਦਾ ਕੰਢਾ ਵਾ ਧਰਮ ਕੰਢਾ ਜਿਹਦੇ ਤੇ ਵੇਟ ਵੂਟ ਤੁਲਦੇ ਆ, ਉੱਥੇ ਬੈਠੇ ਦੇ ਸੀ ਤੇ ਉੱਥੇ ਆਣ ਕੇ ਜਿੱਦਾਂ ਇਹਨਾਂ ਦੇ ਦੱਸਣ ਦੇ ਮੁਤਾਬਿਕ ਇਹਨਾਂ ਨੇ ਕਿਹਾ ਕਿ 15-20 ਲੜਕਿਆਂ ਨੇ ਆਣ ਕੇ ਉਹਨਾਂ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਪਰ ਇੰਨੀ ਇਹਨਾਂ ਦੀ ਕਿਸਮਤ ਚੰਗੀ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਭੱਜ ਕੇ ਇਹਨਾਂ ਨੇ ਜਾਨ ਆਪਣੀ ਬਚਾਈ ਹੈ। ਜੀ ਜਤਿੰਦਰ, ਜਾਣਨਾ ਚਾਹਾਂਗੇ ਕਿ ਜਿਨ੍ਹਾਂ ਨੇ ਹੀ ਗੋਲੀ ਚਲਾਈ ਹੈ, ਜਿਨ੍ਹਾਂ ਦੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਕਿ ਉਹਨਾਂ ਨੌਜਵਾਨਾਂ ਦੀ ਪਛਾਣ ਕਰ ਲਈ ਗਈ ਹੈ ਤੇ ਪੁਲਿਸ ਨੇ ਕੀ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ? ਬਿਲਕੁਲ ਰਾਜਵੀਰ, ਇਸ ਤਰ੍ਹਾਂ ਹੀ ਹੋਇਆ ਵਾ। ਪਹਿਚਾਣ ਦੇ ਵਿੱਚ 4-5 ਲੜਕੇ ਉਹਨਾਂ ਦੇ ਪਹਿਚਾਣ 'ਚ ਆ, ਉਹਨਾਂ ਦੇ ਹੀ ਪਿੰਡ ਦੇ ਦੱਸੇ ਜਾ ਰਹੇ ਨੇ। ਉਹਨਾਂ ਦੱਸਿਆ ਕਿ ਸਾਡੇ ਹੀ ਪਿੰਡ ਦੇ ਨੇ ਲੜਕੇ 4-5, ਪਰ ਬਾਕੀ ਜਿਹੜੇ ਨੇ ਬਾਕੀ ਲਾਗੇ ਜਗੇ ਪਿੰਡਾਂ ਦੇ ਆ ਜਿਹੜੇ ਇਕੱਠੇ ਹੋ ਕੇ ਆਏ ਸੀ। ਪਰ ਉਸ ਦੇ ਨਾਲ ਪੁਲਿਸ ਨੇ ਮਾਮਲਾ ਤਾਂ ਦਰਜ ਕਰ ਲਿਆ ਉਹਦੇ ਬਿਆਨਾਂ ਦੇ ਆਧਾਰ ਤੇ ਪਰ ਹੁਣ ਉਸ ਤੇ ਕਾਰਵਾਈ ਤੇ ਵੇਖੋ, ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਵਾ ਲੜਕਿਆਂ ਨੂੰ ਕਿ ਤੁਹਾਡਾ ਨਹੀਂ, ਜੋ ਵੀ ਹੋਏਗਾ ਜਲਦੀ ਤੋਂ ਜਲਦੀ ਕਾਰਵਾਈ ਉਹਨਾਂ ਦੇ ਉੱਤੇ ਕੀਤੀ ਜਾਏਗੀ। ਜਤਿੰਦਰ, ਜਾਣਨਾ ਚਾਹਾਂਗੇ ਕਿ ਇਸ ਪੂਰੇ ਮਾਮਲੇ ਵਿੱਚ ਪੁਲਿਸ ਦੇ ਵੱਲੋਂ ਕੋਈ ਗ੍ਰਿਫਤਾਰੀ ਹੋਈ ਹੈ ਹੁਣ ਤੱਕ? ਗ੍ਰਿਫਤਾਰੀ ਬਿਲਕੁਲ ਨਹੀਂ ਹੋਈ ਰਾਜਵੀਰ ਜੀ ਹਜੇ, ਕਿਉਂਕਿ ਦੇਰ ਰਾਤ ਦਾ ਮਾਮਲਾ ਹੀ ਤੇ ਗ੍ਰਿਫਤਾਰੀ ਤਾਂ ਕੋਈ ਨਹੀਂ ਹਜੇ ਕੀਤੀ ਗਈ, ਪਰ ਮਾਮਲਾ ਜ਼ਰੂਰ ਦਰਜ ਕੀਤਾ ਗਿਆ ਹੈ। ਜਲਦੀ ਤੋਂ ਜਲਦੀ ਛਾਪੇਮਾਰੀ ਕਰਕੇ ਗ੍ਰਿਫਤਾਰੀ ਵੀ ਕੀਤੀ ਜਾਏਗੀ, ਪੁਲਿਸ ਨੇ ਦੱਸਿਆ ਸੀ। ਜੀ ਜਤਿੰਦਰ, ਆਖਰੀ ਸਵਾਲ ਦੱਸਿਆ ਜਾ ਰਿਹਾ ਹੈ ਕਿ ਸਰਹੱਦੀ ਖੇਤਰ ਹੈ ਤੇ ਸਰਹੱਦੀ ਖੇਤਰ ਦੇ ਵਿੱਚ ਅਜਿਹੀਆਂ ਵਾਰਦਾਤਾਂ, ਖਾਸ ਕਰਕੇ ਫਾਇਰਿੰਗ ਦੀਆਂ ਵਾਰਦਾਤਾਂ, ਸੋ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਇਸ ਕਿਸਮ ਦੇ ਨਾਲ ਸਰਹੱਦੀ ਖੇਤਰ ਜੋ ਕਿ ਕਾਫੀ ਸੰਵੇਦਨਸ਼ੀਲ ਖੇਤਰ ਹੁੰਦਾ ਹੈ, ਉਸ ਦੇ ਵਿੱਚ ਪੁਲਿਸ ਦੀ ਜੋ ਹਰਕਤ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ, ਪੁਲਿਸ ਪੂਰੀ ਮੁਸਤੈਦ ਨਜ਼ਰ ਆਉਂਦੀ ਹੈ, ਪਰ ਅਜਿਹੇ ਵਿੱਚ ਦੋ ਧੜਿਆਂ ਦੇ ਵਿਚਕਾਰ ਇਸ ਕਿਸਮ ਦੀ ਫਾਇਰਿੰਗ ਹੋਣੀ, ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੁੰਦੇ ਨੇ। ਬਿਲਕੁਲ, ਸਭ ਤੋਂ ਪਹਿਲਾਂ ਤਾਂ ਪੁਲਿਸ ਪ੍ਰਸ਼ਾਸਨ ਦੇ ਹੀ ਸਵਾਲ ਖੜਾ ਹੁੰਦਾ, ਕਿਉਂਕਿ ਸਰਹੱਦੀ ਖੇਤਰ ਦੇ ਵਿੱਚ ਜਦੋਂ ਅਜਿਹੀਆਂ ਵਾਰਦਾਤਾਂ ਹੁੰਦੀਆਂ ਨੇ ਪੁਲਿਸ ਕਚਹਿਰੇ ਦੇ ਵਿੱਚ ਆ ਜਾਂਦਾ ਵਾ, ਕਟਹਿਰੇ ਦੇ ਵਿੱਚ ਆ ਜਾਂਦਾ, ਸਵਾਲਾਂ ਦੇ ਕਟਹਿਰੇ 'ਚ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਜਿੱਦਾਂ ਅੱਜ ਕੱਲ੍ਹ ਦੇ ਜੇ ਮਾਹੌਲ ਦੀ ਗੱਲ ਕਰੀਏ, ਅੱਜ ਕੱਲ੍ਹ ਦੇ ਮਾਹੌਲ ਦੇ ਵਿੱਚ ਹਰ ਇੱਕ ਨੌਜਵਾਨ ਨੇ ਪਿਸਟਲ ਆਪਣੇ ਡੱਬ 'ਚ ਪਾਇਆ ਵਾ, ਕਿਸੇ ਤਰ੍ਹਾਂ ਦਾ ਵੀ ਪੁਲਿਸ ਕੋਲ ਡਰ ਨਹੀਂ ਹੈਗਾ ਉਹਨਾਂ ਨੂੰ। ਤੇ ਜੇਕਰ ਸਰਹੱਦੀ ਖੇਤਰ ਦੀ ਗੱਲ ਕਰੀਏ ਜਾਂ ਬਾਰਡਰ ਏਰੀਆ ਦੀ ਗੱਲ ਕਰੀਏ, ਉੱਥੇ ਵੀ ਨੌਜਵਾਨਾਂ ਦੇ ਵਿੱਚ ਇਸ ਤਰ੍ਹਾਂ ਹੀ ਹੈ ਕਿ ਜਾਂ ਤੇ ਇੱਕ ਦੇਖਿਆ ਜਾਏ ਰੁਝਾਨ ਇਹਨਾਂ ਦਾ, ਜਿਹੜੇ ਗਾਣੇ ਇੱਕ ਪ੍ਰਮੋਟ ਕੀਤੇ ਜਾਂਦੇ ਨੇ ਅਲੱਗ-ਅਲੱਗ ਗਾਇਕਾਂ ਕੋਲ ਵਧੀਆ, ਮਤਲਬ ਕਿ ਹਥਿਆਰਾਂ ਨੂੰ ਲੈ ਕੇ, ਉਸ ਨੂੰ ਲੈ ਕੇ ਵੀ ਜ਼ਿਆਦਾ ਟ੍ਰੈਂਡ ਨੌਜਵਾਨਾਂ ਦੇ ਵਿੱਚ ਆ ਗਿਆ ਵਾ। ਜੀ ਜਤਿੰਦਰ, ਸ਼ੁਕਰੀਆ ਜਤਿੰਦਰ ਇਸ ਪੂਰੀ ਜਾਣਕਾਰੀ ਦੇ ਲਈ। ਸੋ ਇਹ ਸਨ ਡੇਰਾ ਬਾਬਾ ਨਾਨਕ ਤੋਂ ਜਤਿੰਦਰ ਕੌਂਡਲ, ਸਾਡੇ ਸਹਿਯੋਗੀ ਪੱਤਰਕਾਰ, ਜੋ ਦੱਸ ਰਹੇ ਸਨ ਪੂਰੇ ਮਾਮਲੇ ਬਾਰੇ ਕਿ ਨਿੱਜੀ ਰੰਜਿਸ਼ ਨੂੰ ਲੈ ਕੇ ਕੁਝ ਨੌਜਵਾਨਾਂ ਦੇ ਵੱਲੋਂ ਦੂਸਰੀ ਧਿਰ ਤੇ ਹਮਲਾ ਕੀਤਾ ਗਿਆ। ਗਨੀਮਤ ਰਹੀ ਕਿ ਇਸ ਦੇ ਵਿੱਚ ਕਿਸੇ ਦੀ ਜਾਨ ਨਹੀਂ ਗਈ, ਕਿਉਂਕਿ ਫਾਇਰਿੰਗ ਜਿਹੜੀ ਹੈ ਉਹ ਕਾਫੀ ਇੱਥੇ ਹੋਈ ਹੈ, ਜਿਸ ਦੇ ਵਿੱਚ ਉੱਥੇ ਖੜੀਆਂ ਗੱਡੀਆਂ ਤੱਕ ਨੁਕਸਾਨੀਆਂ ਗਈਆਂ। ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ, ਪਰ ਗ੍ਰਿਫਤਾਰੀ ਹਲੇ ਕਿਸੇ ਦੀ ਨਹੀਂ ਹੋਈ। ਸਕੂਲਾਂ ਦੀਆਂ ਫੀਸਾਂ ਦੇ ਖਿਲਾਫ ਬੱਚਿਆਂ ਦੇ ਮਾਪਿਆਂ ਵੱਲੋਂ ਵਿਰੋਧ ਲਗਾਤਾਰ ਜਾਰੀ ਹੈ। ਮੋਗਾ ਵਿਖੇ ਸਕੂਲ ਫੀਸਾਂ ਦੇ ਵਿੱਚ ਕੀਤੇ ਵਾਧੇ ਦੇ ਖਿਲਾਫ ਇੱਕ ਨਿੱਜੀ ਸਕੂਲ ਦੇ ਬਾਹਰ ਮਾਪਿਆਂ ਵੱਲੋਂ ਧਰਨਾ ਲਗਾਇਆ ਗਿਆ। ਮਾਪਿਆਂ ਦਾ ਕਹਿਣਾ ਹੈ ਕਿ ਟਿਊਸ਼ਨ ਫੀਸਾਂ ਦੇ ਵਿੱਚ ਕਰੀਬ 85% ਵਾਧਾ ਕੀਤਾ ਗਿਆ ਹੈ, ਜੋ ਉਹ ਦੇਣ ਤੋਂ ਅਸਮਰੱਥ ਨੇ। ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਸਕੂਲ ਦੇ ਬਾਹਰ ਧਰਨਾ ਲਗਾਇਆ ਗਿਆ। ਅਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਮੁੱਖ ਸੁਰਖੀਆਂ ਤੇ। 6ਵੇਂ ਪੇ ਕਮਿਸ਼ਨ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਦਾ ਨਵਾਂ ਫਰਮਾਨ। 4 ਨਵੰਬਰ 2021 ਤੱਕ ਵਧਾਇਆ ਪੇ ਕਮਿਸ਼ਨ ਤੇ ਆਪਸ਼ਨਸ ਦੇਣ ਦਾ ਸਮਾਂ। ਮੁਲਾਜ਼ਮਾਂ ਤੋਂ ਮੰਗੇ ਗਏ ਨੇ ਸੁਝਾਅ। ਸੁਖਬੀਰ ਬਾਦਲ ਨੇ ਇਸ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਉਣ ਦਾ ਜਤਾਇਆ ਖਦਸ਼ਾ। ਕਿਹਾ ਰਾਸ਼ਟਰਪਤੀ ਸ਼ਾਸਨ ਲਗਾਉਣ ਦੀ ਰਚੀ ਜਾ ਰਹੀ ਸਾਜ਼ਿਸ਼। ਕਾਂਗਰਸ ਤੇ ਆਪ ਤੇ ਲਗਾਏ ਇਲਜ਼ਾਮ। ਕੱਲ ਪੰਜਾਬ ਦੀ ਮੁਹਿੰਮ ਤਹਿਤ ਸੁਖਬੀਰ ਬਾਦਲ ਨੇ ਹਫ਼ਤੇ ਲਈ ਪ੍ਰੋਗਰਾਮ ਕੀਤੇ ਰੱਦ। ਮੁੱਖ ਸਕੱਤਰ ਵਿਨੀ ਮਹਾਜਨ ਵੱਲੋਂ ਬਠਿੰਡਾ ਏਮਸ ਦੇ ਵਿੱਚ IPD ਸੇਵਾਵਾਂ
ਸਤੰਬਰ ਦੇ ਅੰਤ ਤੱਕ ਸ਼ੁਰੂ ਕਰਨ ਦੇ ਹੁਕਮ। ਸੰਗਰੂਰ ਦੇ ਵਿੱਚ ਪੀਜੀਆਈ ਦਾ ਸੈਟੇਲਾਈਟ ਕੇਂਦਰ ਅਕਤੂਬਰ ਮਹੀਨੇ ਵਿੱਚ, ਫਿਰੋਜ਼ਪੁਰ ਦਾ ਪੀਜੀਆਈ ਦਾ ਨਿਰਮਾਣ ਇਸ ਸਾਲ ਦੇ ਅੰਤ ਤੱਕ ਸ਼ੁਰੂ ਹੋਣ ਦੀ ਆਖੀ ਗੱਲ। ਪੰਜ ਪਿਆਰਿਆਂ ਤੇ ਦਿੱਤੇ ਬਿਆਨ ਤੇ ਹਰੀਸ਼ ਰਾਵਤ ਨੇ ਬਖਸ਼ਾਈ ਪੁੱਲ। ਗੁਰਦੁਆਰਾ ਸ਼੍ਰੀ ਨਾਨਕਪਤਾ ਸਾਹਿਬ ਚ ਨਿਭਾਈ ਸੇਵਾ। ਹਰੀਸ਼ ਰਾਵਤ ਦੇ ਦਿੱਤੇ ਬਿਆਨ ਤੇ ਸੂਬੇ ਭਰ ਵਿੱਚ ਕੀਤੇ ਜਾ ਰਹੇ ਸਨ ਵਿਰੋਧ ਪ੍ਰਦਰਸ਼ਨ। ਵਿਦੇਸ਼ਾਂ ਦੇ ਵਿੱਚ 3 ਪੰਜਾਬੀ ਨੌਜਵਾਨਾਂ ਦੀ ਹੋਈ ਮੌਤ। ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਸੜਕ ਹਾਦਸੇ ਦੌਰਾਨ 2 ਨੌਜਵਾਨਾਂ ਦੀ ਮੌਤ, 3 ਜ਼ਖਮੀ। ਉਧਰ ਨਵਾਂ ਸ਼ਹਿਰ ਦੇ ਰਹਿਣ ਵਾਲੇ ਬੈਲਜੀਅਮ ਵਿੱਚ ਇੱਕ ਨੌਜਵਾਨ ਨੇ ਵੀ ਤੋੜਿਆ ਦਮ। 30 ਸਾਲ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ। ਅਤੇ ਫਗਵਾੜਾ ਵਿੱਚ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ। ਲੁਟੇਰਿਆਂ ਨੇ ਇੱਕ ਜਨਰਲ ਸਟੋਰ ਨੂੰ ਬਣਾਇਆ ਆਪਣਾ ਨਿਸ਼ਾਨਾ। ਹਜ਼ਾਰਾਂ ਦੀ ਨਕਦੀ ਅਤੇ ਕੀਮਤੀ ਸਮਾਨ ਲੈ ਕੇ ਹੋਏ ਫਰਾਰ। ਲੁੱਟ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ। ਜੇਕਰ ਖਬਰਾਂ ਸੰਬੰਧੀ ਕੋਈ ਜਾਣਕਾਰੀ ਜਾਂ ਸੁਝਾਅ ਤੁਸੀਂ ਸਾਡੇ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ news@fastway.in ਤੇ। ਤੁਸੀਂ ਸਾਨੂੰ ਆਨਲਾਈਨ ਦੇਖ ਸਕਦੇ ਹੋ www.fastway.in ਤੇ। ਬੁਲਟਨ ਵਿੱਚ ਫਿਲਹਾਲ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।